Good morning, students. My name is Arshdeep, and today we are going to discuss the first chapter of Class 9's English Literature book. The name of the chapter is The Magic Violin, written by Dr. Anand Malik. ਪਿਆਰੇ ਬੱਚਿਓ, ਅੱਜ ਆਪਾਂ ਕਲਾਸ 9th ਦੀ ਇੰਗਲਿਸ਼ ਲਿਟਰੇਚਰ ਦੀ ਬੁੱਕ ਦਾ ਫਸਟ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ ਤੇ ਚੈਪਟਰ ਦਾ ਨਾਮ ਹੈਗਾ ਦੀ ਮੈਜਿਕ ਵਾਇਲਨ ਤੇ ਇਹ ਲਿਖਿਆ ਗਿਆ ਡਾਕਟਰ ਆਨੰਦ ਮਲਿਕ ਦੁਆਰਾ। ਸੋ ਲੈਟਸ ਸਟਾਰਟ। ਇਨ ਸਿਸਿਲੀ देयर once lived a boy who was always happy although he was very poor। ਸਿਸਿਲੀ ਦੇ ਵਿੱਚ ਇੱਕ ਬੱਚਾ ਰਹਿੰਦਾ ਸੀਗਾ, ਇੱਕ ਛੋਟਾ ਮੁੰਡਾ ਰਹਿੰਦਾ ਸੀਗਾ ਜੋ ਹਮੇਸ਼ਾ ਖੁਸ਼ ਰਹਿੰਦਾ ਸੀਗਾ ਭਾਵੇਂ ਉਹ ਬਹੁਤ ਜ਼ਿਆਦਾ ਗਰੀਬ ਸੀਗਾ। His parents died when he was young, so he set out by himself to seek his fortune। ਉਸ ਬੱਚੇ ਦੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਜਦੋਂ ਉਹ ਬਹੁਤ ਜ਼ਿਆਦਾ ਛੋਟਾ ਸੀ, ਇਸ ਕਰਕੇ ਉਹ ਆਪਣੀ ਕਿਸਮਤ ਦੀ ਭਾਲ ਵਿੱਚ ਖੁਦ ਹੀ ਇਕੱਲਾ ਹੀ ਘਰੋਂ ਚੱਲ ਪੈਂਦਾ ਹੈਗਾ। He laughed merrily at everything and although his troubles he was cheerful and happy। ਉਹ ਹਰ ਇੱਕ ਗੱਲ 'ਤੇ ਖੁਸ਼ੀ ਨਾਲ ਹੱਸ ਪੈਂਦਾ ਹੈਗਾ ਭਾਵੇਂ ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਤਕਲੀਫ ਸੀ, ਪਰ ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਸੀਗਾ। He went about the country looking for work and at last one day to farmhouse। ਉਹ ਕੰਮ ਦੀ ਭਾਲ ਦੇ ਵਿੱਚ ਆਪਣੇ ਘਰੋਂ ਚੱਲ ਪੈਂਦਾ ਹੈਗਾ ਤੇ ਇੱਕ ਦਿਨ ਉਹ ਇੱਕ ਫਾਰਮ ਹਾਊਸ ਦੇ ਉੱਪਰ ਪਹੁੰਚਦਾ ਹੈਗਾ। He was a mean person and miser and thought that the boy must be a beggar। ਫਾਰਮ ਹਾਊਸ ਦੇ ਵਿੱਚ ਜੋ ਇਨਸਾਨ ਉਸ ਨੂੰ ਮਿਲਦਾ ਹੈਗਾ ਉਹ ਸੋਚਦਾ ਹੈਗਾ ਕਿ ਇਹ ਬੱਚਾ ਇੱਕ ਭਿਖਾਰੀ ਹੈਗਾ, ਗਰੀਬ ਹੈਗਾ ਤੇ ਉਹ ਭਿਖਾਰੀ ਔਰ ਗਰੀਬ ਹੈ। The boy went to live in the farmhouse and every day he looked the gods to hills to graze। ਜਿਹੜਾ ਉਹ ਫਾਰਮ ਹਾਊਸ ਦੇ ਵਿੱਚ ਜੋ ਬੰਦਾ ਉਸ ਬॉय ਨੂੰ ਮਿਲਦਾ ਹੈਗਾ ਉਹ ਉਸ ਨੂੰ ਜੌਬ ਦਿੰਦਾ ਹੈ। ਉਹ ਜੋ ਫਾਰਮ ਹਾਊਸ ਦੇ ਵਿੱਚ ਬੰਦਾ ਉਸ ਨੂੰ ਮਿਲਦਾ ਬॉय ਨੂੰ, ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਫਾਰਮ ਹਾਊਸ ਦੇ ਵਿੱਚ ਬੱਕਰੀਆਂ ਨੂੰ ਚਰਾਉਣ ਦੀ ਮੈਂ ਤੈਨੂੰ ਜੌਬ ਦਿੰਦਾਂਗਾ। ਇਸ ਕਰਕੇ ਉਹ ਛੋਟਾ ਬੱਚਾ ਉਹ ਬॉय ਉਹ ਫਾਰਮ ਹਾਊਸ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਹਰ ਰੋਜ਼ ਉਸ ਮੈਨ ਦੀਆਂ ਉਸ ਆਦਮੀ ਦੀਆਂ ਬੱਕਰੀਆਂ ਨੂੰ ਪਹਾੜਾਂ ਦੇ ਉੱਪਰ ਚਰਾਉਣ ਵਾਸਤੇ ਲੈ ਕੇ ਜਾਂਦਾ ਹੈਗਾ। Then he gave boy the 3 copper coins for 3 years' work। The boy looked at them and laughed। He put the coins in pocket, took his shabby hat and went off whistling। ਅੱਗੇ ਸਟੋਰੀ ਦੇ ਵਿੱਚ ਕੀ ਹੁੰਦਾ ਹੈਗਾ, 3 ਸਾਲ ਉਹ ਜਿਹੜਾ ਬੱਚਾ ਹੈਗਾ ਉਸ ਆਦਮੀ ਦੀਆਂ ਬੱਕਰੀਆਂ ਚਰਾਉਣ ਲੈ ਕੇ ਜਾਂਦਾ ਹਿਲਸ 'ਤੇ। 3 ਸਾਲ ਦੇ ਬਾਅਦ ਜਦੋਂ ਉਹ ਬਹੁਤ ਹੀ ਜ਼ਿਆਦਾ ਅੱਕ ਜਾਂਦਾ ਹੈਗਾ ਛੋਟਾ ਬੱਚਾ, ਉਹ ਉਸ ਆਦਮੀ ਨੂੰ ਕਹਿੰਦਾ ਕਿ ਜੋ ਵੀ ਮੇਰਾ ਤਨਖਾਹ ਜੋ ਵੀ ਮੇਰੇ ਵੇਜਿਸ ਬਣਦੇ ਨੇ 3 ਸਾਲਾਂ ਦੇ ਵਿੱਚ ਉਹ ਮੈਨੂੰ ਦੇ ਦਿਓ। ਫਿਰ ਉਹ ਆਦਮੀ ਉਸ ਬੱਚੇ ਨੂੰ 3 ਸਾਲਾਂ ਦੀ ਮਿਹਨਤ ਦੇ ਬਦਲੇ 3 ਕਾਪਰ ਕੋਇਨਸ 3 ਤਾਂਬੇ ਦੇ ਸਿੱਕੇ ਦਿੰਦਾ ਹੈਗਾ। ਦੀ ਬॉय ਲੁੱਕਡ ਐਟ them and laughed। ਉਹ ਬੱਚਾ ਉਹਨਾਂ ਤਾਂਬੇ ਦੇ ਸਿੱਕਿਆਂ ਵੱਲ ਦੇਖਦਾ ਹੈ ਅਤੇ ਹੱਸ ਪੈਂਦਾ ਹੈ। He put the coins in pocket, took his shabby hat and went off whistling। ਉਹ ਉਹਨਾਂ ਕੋਇਨਸ ਨੂੰ ਆਪਣੀ ਪੋਕਿਟ ਦੇ ਵਿੱਚ ਪਾ ਲੈਂਦਾ ਹੈਗਾ। ਸ਼ੈਬੀ ਮੀਨਸ ਹੁੰਦਾ ਹੈ ਗੰਦੀ, ਆਪਣੀ ਗੰਦੀ ਹੈਟ ਚੁੱਕਦਾ ਹੈਗਾ ਅਤੇ ਵਿਸਲਿੰਗ ਸੀਟੀ ਵਜਾਉਂਦੇ ਹੋਏ ਉੱਥੋਂ ਚਲਾ ਜਾਂਦਾ ਹੈਗਾ। The boy took his hand into his pocket, took out the copper coins that were his wages for 3 years and he gave to beggar because he was very hungry। ਅੱਗੇ ਸਟੋਰੀ ਦੇ ਵਿੱਚ ਕੀ ਹੁੰਦਾ, ਉਸ ਛੋਟੇ ਬੱਚੇ ਨੂੰ ਇੱਕ ਬੈਗਰ ਮਿਲਦਾ ਹੈਗਾ ਰਸਤੇ ਦੇ ਵਿੱਚ। ਜਦੋਂ ਉਹ ਫਾਰਮ ਹਾਊਸ ਤੋਂ ਚੱਲਦਾ ਹੈਗਾ ਰਸਤੇ ਵਿੱਚ ਉਸ ਨੂੰ ਇੱਕ ਬੈਗਰ ਮਿਲਦਾ ਹੈਗਾ ਜੋ ਬੈਗਰ ਮੀਨਸ ਭਿਖਾਰੀ ਮਿਲਦਾ ਹੈਗਾ। ਉਹ ਭਿਖਾਰੀ ਨੂੰ ਉਸ ਨੂੰ ਕੁਛ ਖਾਣ ਦੀ ਮੰਗਦਾ ਹੈਗਾ। ਉਹ ਬੱਚਾ ਉਸ ਨੂੰ ਆਪਣੇ 3 ਕਾਪਰ ਕੋਇਨਸ ਜੋ ਉਹਨੂੰ 3 ਸਾਲ ਦੀ ਮਜ਼ਦੂਰੀ ਦੇ ਬਦਲੇ ਮਿਲੇ ਹੋਏ ਨੇ ਉਸ ਨੂੰ ਦੇ ਦਿੰਦਾ ਹੈਗਾ ਅਤੇ ਕਿਉਂਕਿ ਉਹ ਜਿਹੜਾ ਭਿਖਾਰੀ ਹੈਗਾ ਬਹੁਤ ਜ਼ਿਆਦਾ ਭੁੱਖਾ ਹੁੰਦਾ ਹੈਗਾ। ਦੀ ਓਲਡ ਮੈਨ ਵਾਜ਼ ਨਾਟ ਅ ਬੈਗਰ, ਹੀ ਵਾਜ਼ ਐਨ ਐਂਜਲ। ਜਿਹੜਾ ਭਿਖਾਰੀ ਉਹ ਬੁੱਢਾ ਬੰਦਾ ਹੁੰਦਾ ਹੈਗਾ, ਜੋ ਭਿਖਾਰੀ ਹੁੰਦਾ ਉਹ ਅਸਲ ਦੇ ਵਿੱਚ ਇੱਕ ਭਿਖਾਰੀ ਨਹੀਂ ਹੁੰਦਾ ਬਲਕਿ ਉਹ ਇੱਕ ਐਂਜਲ ਹੁੰਦਾ ਹੈ। ਬੱਚਿਓ ਇੱਥੇ ਐਂਜਲ ਦੇ ਸਪੈਲਿੰਗਸ ਦੇ ਵਿੱਚ ਟਾਈਪਿੰਗ ਮਿਸਟੇਕ ਹੋਈ ਹੈ। ਐਂਜਲ ਦੇ ਸਪੈਲਿੰਗ ANGEL ਹੋਣਗੇ, ਇੱਥੇ ਟਾਈਪਿੰਗ ਮਿਸਟੇਕ ਕਰਕੇ LE ਨੇ, ਇਹ ਗਲਤ ਨੇ। ANGEL ਸਹੀ ਸਪੈਲਿੰਗ ਹੈਗੇ। ਉਹ ਜਿਹੜਾ ਬੁੱਢਾ ਬੰਦਾ ਉਹਨੂੰ ਰਸਤੇ ਦੇ ਵਿੱਚ ਮਿਲਦਾ ਅਸਲ ਵਿੱਚ ਉਹ ਭਿਖਾਰੀ ਨਹੀਂ ਹੁੰਦਾ, ਉਹ ਇੱਕ ਐਂਜਲ ਹੁੰਦਾ। The boy thought for a moment and said, I would like to have violin which plays music to make all men dance and a gun that will hit the thing at which I am।
ਉਹ ਸਟੋਰੀ ਦੇ ਵਿੱਚ ਅੱਗੇ ਹੁੰਦਾ ਗਾ ਕੀ ਹੁੰਦਾ ਗਾ, ਉਹ ਭਿਖਾਰੀ ਉਸ ਨੂੰ ਕਹਿੰਦਾ ਗਾ, ਜੋ ਅਸਲ ਦੇ ਵਿੱਚ ਐਂਜਲ ਹੁੰਦਾ, ਉਹ ਉਸ ਨੂੰ ਕਹਿੰਦਾ ਗਾ ਕਿ ਮੈਂ ਤੇਰੀਆਂ 2 ਵਿਸ਼ੇਸ ਪੂਰੀਆਂ ਕਰੂੰਗਾ, ਕੋਈ ਵੀ 2 ਇੱਛਾਵਾਂ ਜਿਹੜੀਆਂ ਹੋਣ ਤੇਰੀਆਂ ਉਹ ਤੂੰ ਮੈਨੂੰ ਦੱਸ ਦੇ, ਮੈਂ ਉਹਨਾਂ ਨੂੰ ਪੂਰੀਆਂ ਕਰੂੰਗਾ। ਉਹ ਬੱਚਾ ਉਸ ਨੂੰ ਕਹਿੰਦਾ ਆਈ ਵੁੱਡ ਲਾਈਕ ਟੂ ਹੈਵ ਅ ਵਾਇਲਨ ਵਿਚ ਪਲੇਸ ਮਿਊਜ਼ਿਕ ਟੂ ਮੇਕ ਆਲ ਮੈਨ ਡਾਂਸ। ਉਹ ਬੱਚਾ ਉਸ ਬੈਨ ਨੂੰ ਕਹਿੰਦਾ ਗਾ, ਉਸ ਐਂਜਲ ਨੂੰ ਕਹਿੰਦਾ ਗਾ ਕਿ ਮੈਨੂੰ ਇੱਕ ਐਸਾ ਵਾਇਲਨ ਦੇ ਜਿਸ ਨੂੰ ਮੈਂ ਜਦੋਂ ਵੀ ਵਜਾਵਾਂ ਤਾਂ ਜਦੋਂ ਮੈਂ ਵਜਾ ਰਿਹਾ ਹਾਂ ਤਾਂ ਸਾਰੇ ਜਿਹੜੇ ਲੋਕ ਨੇ ਉਹ ਡਾਂਸ ਕਰਨਾ ਸ਼ੁਰੂ ਕਰ ਦੇਣ, ਜਿਸ ਅੱਗੇ ਵੀ ਮੈਂ ਉਹ ਵਾਇਲਨ ਵਜਾਵਾਂ ਉਹ ਆਦਮੀ ਉਸੇ ਵਕਤ ਡਾਂਸ ਕਰਨਾ ਸ਼ੁਰੂ ਕਰ ਦੇ। ਐਂਡ ਅ ਗਨ ਦੈਟ ਵਿਲ ਆਲਵੇਜ਼ ਹਿੱਟ ਦੀ ਥਿੰਗ ਐਟ ਵਿਚ ਆਈ ਐਮ। ਅਤੇ ਦੂਸਰੀ ਚੀਜ਼ ਉਹ ਮੰਗਦਾ ਕਿ ਮੈਨੂੰ ਇੱਕ ਅਜਿਹੀ ਗਨ ਚਾਹੀਦੀ ਹੈਗੀ ਕਿ ਜਿਸ ਚੀਜ਼ 'ਤੇ ਵੀ ਮੈਂ ਨਿਸ਼ਾਨਾ ਲਾਵਾਂ ਉਸ ਚੀਜ਼ ਦੇ ਉੱਪਰ ਮੇਰਾ ਨਿਸ਼ਾਨਾ ਲੱਗੇ, ਮੇਰਾ ਨਿਸ਼ਾਨਾ ਕਦੇ ਵੀ ਚੁੱਕੇ ਨਾ। ਇਸ ਕਰਕੇ 2 ਚੀਜ਼ਾਂ ਕੀ ਮੰਗਦਾ ਹੈਗਾ ਉਹ ਬੱਚਾ ਐਂਜਲ ਤੋਂ, ਇੱਕ ਤਾਂ ਮੈਜਿਕ ਵਾਇਲਨ ਮੰਗਦਾ ਹੈਗਾ, ਦੂਸਰਾ ਗਨ ਮੰਗਦਾ ਹੈਗਾ ਕਿ ਜਿਸ ਚੀਜ਼ 'ਤੇ ਵੀ ਉਹ ਕਦੇ ਨਿਸ਼ਾਨਾ ਲਾਏ ਉਹਦਾ ਨਿਸ਼ਾਨਾ ਕਦੇ ਨਾ ਚੁੱਕੇ। ਅੱਗੇ ਫਿਰ ਉਹ ਬੱਚਾ ਅੱਗੇ ਚੱਲਦਾ ਹੈਗਾ। The boy made his way back towards the farm where he had worked for 3 long years for 3 copper coins, and just as he went near the gate, a bird fly up from a field। ਉਹ ਬੱਚਾ ਜਦੋਂ ਐਂਜਲਸ ਤੋਂ ਆਪਣੀਆਂ 2 ਵਿਸ਼ੇਸ ਨੂੰ ਪੂਰੀਆਂ ਕਰਵਾ ਲੈਂਦਾ, ਫਿਰ ਉਹ ਵਾਪਸ ਫਾਰਮ ਦੇ ਵੱਲ ਜਾਂਦਾ ਜਿੱਥੇ ਉਸਨੇ 3 ਸਾਲ ਬੱਕਰੀਆਂ ਚਰਾਈਆਂ ਸੀਗੀਆਂ। ਅਤੇ ਜਦੋਂ ਉਹ ਗੇਟ ਦੇ ਨੇੜੇ ਪਹੁੰਚਦਾ ਹੈਗਾ, ਇੱਕ ਪੰਛੀ ਫੀਲਡਸ ਦੇ ਵਿੱਚੋਂ ਉੱਡਦਾ ਹੋਇਆ ਆਉਂਦਾ ਹੈਗਾ। At once the boy aimed at with his magic gun and of course hit the bird as the bird fell। ਉਹ ਬੱਚਾ ਉਸ ਬਰਡ ਦੇ ਉੱਪਰ, ਉਸ ਪੰਛੀ ਦੇ ਉੱਪਰ ਜਾਂ ਉਸ ਚਿੜੀ ਦੇ ਉੱਪਰ ਨਿਸ਼ਾਨਾ ਲਗਾਉਂਦਾ ਹੈਗਾ। ਉਹ ਮੈਜਿਕ ਗਨ ਹੁੰਦੀ ਹੈਗੀ ਅਫਕੋਰਸ, ਅਤੇ ਜਦੋਂ ਉਹ ਨਿਸ਼ਾਨਾ ਲਾਉਂਦਾ ਉਹਦਾ ਨਿਸ਼ਾਨਾ ਲੱਗ ਜਾਂਦਾ ਅਤੇ ਉਹ ਜਿਹੜਾ ਬਰਡ ਹੈ ਉਹ ਧਰਤੀ ਦੇ ਉੱਪਰ ਗਿਰ ਜਾਂਦਾ ਹੈਗਾ, ਮਰ ਜਾਂਦਾ ਹੈਗਾ। The farmer came out of the house and went to pick it up। ਜਦੋਂ ਉਹ ਪੰਛੀ ਦੇ ਨਿਸ਼ਾਨਾ ਲਗਾ ਕੇ ਉਸ ਨੂੰ ਮਾਰ ਦਿੰਦਾ ਹੈਗਾ, ਜਿਹੜਾ ਫਾਰਮਰ, ਜਿਹੜਾ ਮੈਨ ਜਿਸ ਕੋਲ ਉਸਨੇ 3 ਸਾਲ ਮਜ਼ਦੂਰੀ ਕੀਤੀ ਹੋਈ ਹੈ, ਉਹ ਫਾਰਮਰ ਆਪਣੇ ਘਰ ਤੋਂ ਬਾਹਰ ਆਉਂਦਾ ਅਤੇ ਫਟਾਫਟ ਜਾ ਕੇ ਉਸ ਪੰਛੀ ਨੂੰ ਚੁੱਕ ਲੈਂਦਾ ਹੈਗਾ। I will have none of your rudeness, you rascal, shouted the farmer, but before he reached the bird, the began to play on his violin, and farmer had to dance। He danced and the boy would not stop playing। ਜਦੋਂ ਉਹ ਫਾਰਮਰ ਆ ਕੇ ਉਸ ਪੰਛੀ ਨੂੰ ਚੁੱਕ ਲੈਂਦਾ ਹੈਗਾ ਅਤੇ ਉਹ ਬੱਚਾ ਉਸ ਨੂੰ ਸਟੋਰੀ ਦੇ ਵਿੱਚ ਕਹਿੰਦਾ ਹੈਗਾ ਕਿ ਮੈਨੂੰ ਮੇਰਾ ਜੋ ਵੀ ਅਸਲੀ ਮੇਰੇ 1000 ਸਿਲਵਰ ਕੋਇਨਸ ਬਣਦੇ ਨੇ 3 ਸਾਲਾਂ ਦੀ ਮਜ਼ਦੂਰੀ ਦੇ ਬਦਲੇ, 3 ਕਾਪਰ ਕੋਇਨਸ ਨਹੀਂ ਬਣਦੇ, ਉਹ ਮੈਨੂੰ ਦੇ। ਅਤੇ ਉਹ ਮੈਨ ਉਹ ਫਾਰਮਰ ਜਿਹੜਾ ਉਹ ਫਾਰਮ ਹਾਊਸ ਦਾ ਮਾਲਿਕ ਹੁੰਦਾ ਉਸ ਨੂੰ ਕਹਿੰਦਾ ਆਈ ਵਿਲ ਹੈਵ ਨਨ ਆਫ ਯੂਰ ਰੂਡਨੈਸ ਯੂ ਰਾਸਕਲ, ਕਿ ਮੈਂ ਤੇਰਾ ਇਹ ਰੂਡਨੈਸ, ਇਸ ਤਰੀਕੇ ਨਾਲ ਗੱਲ ਕਰਨਾ ਬਰਦਾਸ਼ਤ ਨਹੀਂ ਕਰਾਂਗਾ। ਉਸ ਉੱਪਰ ਬਹੁਤ ਬੁਰੀ ਤਰ੍ਹਾਂ ਫਾਰਮਰ ਚਲਾਉਂਦਾ ਗਾ ਉਸ ਬੱਚੇ ਦੇ ਉੱਪਰ। ਬਟ ਇਸ ਤੋਂ ਪਹਿਲਾਂ ਬਿਫੋਰ ਹੀ ਰੀਚ ਦੀ ਬਰਡ the boy began to play on his violin and farmer had to dance। ਪਰ ਇਸ ਤੋਂ ਪਹਿਲਾਂ ਕਿ ਉਹ ਜਿਹੜਾ ਫਾਰਮਰ ਹੈ ਉਸ ਬਰਡ ਨੂੰ ਚੁੱਕਦਾ ਹੈਗਾ, ਜਿਹੜਾ ਉਹ ਬॉय ਹੈਗਾ ਆਪਣਾ ਮੈਜਿਕ ਵਾਇਲਨ ਪਲੇ ਕਰਨਾ ਸ਼ੁਰੂ ਕਰ ਦੇਗਾ ਅਤੇ ਉਹ ਫਾਰਮਰ ਹੈਗਾ ਜਿਹੜਾ ਡਾਂਸ ਕਰਨਾ, ਨੱਚਣਾ ਸ਼ੁਰੂ ਕਰ ਦਿੰਦਾ ਹੈਗਾ। ਹੀ ਡਾਂਸਡ ਐਂਡ ਦੀ ਬॉय ਵੁੱਡ ਨਾਟ ਸਟਾਪ ਪਲੇਇੰਗ। ਉਹ ਜਿਹੜਾ ਫਾਰਮਰ ਹੈ ਨੱਚਦਾ ਰਹਿੰਦਾ ਅਤੇ ਜਿਹੜਾ ਫਾਰਮਰ ਹੈ ਉਸ ਅਤੇ ਜਿਹੜਾ ਬॉय ਹੈਗਾ ਉਹ ਵਾਇਲਨ ਵਜਾਉਣਾ ਬੰਦ ਨਹੀਂ ਕਰਦਾ ਹੈਗਾ। Then he went on his way, but the farmer ran before him and told into the village and told the police that the boy was a thief। The magistrate sent out the policemen and they soon caught the boy with the 1000 pieces of silver that the farmer said he had stolen। ਸਟੋਰੀ ਦੇ ਵਿੱਚ ਉਹ ਜਿਹੜਾ ਬੱਚਾ ਹੈਗਾ ਉਸ ਫਾਰਮਰ ਦੇ ਅੱਗੇ ਵਾਇਲਨ ਵਜਾਉਂਦਾ ਰਹਿੰਦਾ, ਵਾਇਲਨ ਵਜਾ ਕੇ ਉਸ ਫਾਰਮਰ ਤੋਂ 1000 ਸਿਲਵਰ ਕੋਇਨਸ ਲੈ ਲੈਂਦਾ ਹੈਗਾ। ਜਦੋਂ ਉਹ 1000 ਸਿਲਵਰ ਕੋਇਨਸ ਬॉय ਉਸ ਫਾਰਮਰ ਤੋਂ ਲੈ ਲੈਂਦਾ ਹੈਗਾ, ਜਦੋਂ ਉਹ ਵਾਪਸ ਜਾਣ ਲੱਗਦਾ ਹੈਗਾ, ਪਰ ਉਸ ਤੋਂ ਪਹਿਲਾਂ ਹੀ ਉਹ ਫਾਰਮਰ ਹੈਗਾ ਜਿਹੜਾ ਭੱਜ ਕੇ ਉਸ ਦੇ ਅੱਗੇ ਭੱਜ ਕੇ ਵਿਲੇਜ ਦੇ ਵਿੱਚ, ਪਿੰਡ ਦੇ ਵਿੱਚ ਜਾਂਦਾ ਹੈਗਾ ਐਂਡ ਟੋਲਡ ਦੀ ਪੁਲਿਸ ਦੈਟ ਦੀ ਬॉय ਵਾਜ਼ ਅ ਥੀਫ। ਜਾ ਕੇ ਪੁਲਿਸ ਨੂੰ ਕਹਿ ਦਿੰਦਾ ਫਾਰਮਰ ਕਿ ਜਿਹੜਾ ਆ ਛੋਟਾ ਬੱਚਾ ਹੈ ਉਹ ਇੱਕ ਚੋਰ ਹੈਗਾ। ਦੀ ਮੈਜਿਸਟ੍ਰੇਟ ਸੈਂਟ ਆਊਟ ਦੀ ਪੁਲਿਸਮੈਨ ਐਂਡ ਦੇ ਸੂਨ ਕੌਟ ਦੀ ਬॉय। ਜਿਹੜਾ ਮੈਜਿਸਟ੍ਰੇਟ ਹੈ ਪੁਲਿਸਮੈਨ ਨੂੰ ਭੇਜਦਾ ਅਤੇ ਉਹ ਛੇਤੀ ਹੀ ਉਹ ਛੋਟੇ ਬੱਚੇ ਨੂੰ ਫੜ ਲੈਂਦੇ ਨੇ ਵਿਦ ਦੀ 1000 ਪੀਸਿਸ ਆਫ ਸਿਲਵਰ, 1000 ਪੀਸਿਸ ਸਿਲਵਰ ਦੇ ਨਾਲ, ਜੋ ਫਾਰਮਰ ਉਹਨਾਂ ਨੂੰ ਕਹਿੰਦੇ ਉਸਨੇ ਮੇਰੇ ਤੋਂ ਚੁਰਾਏ ਨੇਗੇ। In those days in Sicily, the punishment for stealing was death।
ਉਹਨਾਂ ਦੇ ਦਿਨਾਂ ਦੇ ਵਿੱਚ ਸਿਸਿਲੀ ਦੇ ਵਿੱਚ ਜੇ ਕੋਈ ਵੀ ਬੰਦਾ ਚੋਰੀ ਕਰਦਾ ਸੀਗਾ ਤਾਂ ਉਸ ਦੀ ਪਨਿਸ਼ਮੈਂਟ ਸੀ ਕਿ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ। ਸੋ ਹੀ ਵਾਸ ਸੈਂਟੈਂਸਡ ਟੂ ਹੈਂਗ ਐਟ ਵਾਂਸ। ਇਸ ਕਰਕੇ ਉਸ ਬੱਚੇ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਂਦਾ। ਇਹ ਕਿਹਾ ਜਾਂਦਾ ਕਿ ਉਸਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ। ਜਦੋਂ ਸਟੋਰੀ ਦੇ ਵਿੱਚ ਅੱਗੇ ਮੈਜਿਸਟ੍ਰੇਟ ਉਸ ਤੋਂ ਬੱਚੇ ਤੋਂ ਪੁੱਛਦਾ ਕਿ ਤੇਰੀ ਲਾਸਟ ਇੱਛਾ ਕੀ ਹੈਗੀ, ਤੇ ਬੱਚਾ ਕੀ ਕਹਿੰਦਾ, ਦੀ ਬॉय ਆਸਕਡ ਦੀ ਮੈਜਿਸਟ੍ਰੇਟ ਟੂ ਲੈਟ ਹਿਮ ਪਲੇ ਦੀ ਵਾਇਲਨ ਬਿਫੋਰ ਹੀ ਵਾਸ ਹੈਂਗ। ਉਹ ਬੱਚਾ ਕਹਿੰਦਾ ਹੈਗਾ ਕਿ ਉਸਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਪਹਿਲਾਂ ਉਸਨੂੰ ਇੱਕ ਵਾਰੀ ਉਸਦਾ ਵਾਇਲਨ ਵਜਾਉਣ ਦੀ ਆਗਿਆ ਦਿੱਤੀ ਜਾਵੇ। The kind magistrate allowed him to do so। ਮੈਜਿਸਟ੍ਰੇਟ ਨੂੰ ਇਸ ਦੇ ਵਿੱਚ ਕੁਝ ਵੀ ਗਲਤੀ ਨਹੀਂ ਲੱਗਦੀ ਤੇ ਉਹ ਕਾइंड ਮੈਜਿਸਟ੍ਰੇਟ ਕਹਿ ਦਿੰਦਾ ਕਿ ਤੂੰ ਇੱਕ ਵਾਰੀ ਆਪਣਾ ਵਾਇਲਨ ਵਜਾ ਸਕਦਾ ਹੈਗਾ। It can do no harm, let the poor lad play the violin for a few minutes। ਬਟ ਜਿਹੜਾ ਫਾਰਮਰ ਹੁੰਦਾ, ਮੈਨ ਹੁੰਦਾ, ਉਹ ਮੈਜਿਸਟ੍ਰੇਟ ਨੂੰ ਰੋਕਦਾ ਕਿ ਇਸ ਨੂੰ ਵਾਇਲਨ ਵਜਾਉਣ ਨਾ ਦਿੱਤਾ ਜਾਵੇ। ਪਰ ਮੈਜਿਸਟ੍ਰੇਟ ਕਹਿੰਦਾ ਇਟ ਕੈਨ ਡੂ ਨੋ ਹਾਰਮ, ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਲੈਟ ਦੀ ਪੂਅਰ ਲੈਡ ਪਲੇ ਦੀ ਵਾਇਲਨ ਫॉर ਅ ਫਿਊ ਮਿਨਟਸ। ਇਸ ਬੱਚੇ ਨੂੰ ਕੁਝ ਮਿਨਟਸ ਵਾਸਤੇ ਵਾਇਲਨ ਵਜਾਉਣ ਦਿਓ। ਹੀ ਇਜ਼ ਟੂ ਯੰਗ ਟੂ ਡਾਈ। ਸੋ ਉਹ ਮੈਜਿਸਟ੍ਰੇਟ ਕਹਿੰਦਾ ਕਿ ਇਹ ਮਰਨ ਵਾਸਤੇ ਹਜੇ ਬਹੁਤ ਛੋਟਾ ਹੈਗਾ, ਜੇ ਕੁਝ ਟਾਈਮ ਵਾਸਤੇ ਵਾਇਲਨ ਵਜਾ ਲੇਗਾ ਤਾਂ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਏਗਾ। So the boy began to play the violin. At once the magistrate and the hangman and the farmer and all the people who were gathered in the marketplace to see the poor boy hang began to dance। ਜਦੋਂ ਬੱਚਾ ਵਾਇਲਨ ਵਜਾਉਣਾ ਸ਼ੁਰੂ ਕਰ ਦੇਗਾ ਤਾਂ ਮੈਜਿਸਟ੍ਰੇਟ, ਹੈਂਗਮੈਨ ਜਿਹੜਾ ਬੰਦਾ ਉਸਨੂੰ ਫਾਂਸੀ 'ਤੇ ਲਟਕਾ ਰਿਹਾ ਹੁੰਦਾਗਾ, ਮੈਜਿਸਟ੍ਰੇਟ, ਹੈਂਗਮੈਨ ਅਤੇ ਫਾਰਮਰ ਅਤੇ ਹੋਰ ਜਿੰਨੇ ਵੀ ਲੋਕ ਉੱਥੇ ਇਕੱਠੇ ਹੋਏ ਹੁੰਦੇ ਨੇ ਉਹ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਨੇ। ਦੇ ਡਾਂਸਡ ਐਂਡ ਵਾਈਲ ਦੀ ਬॉय ਪਲੇਡ ਦੇ ਕੁਡ ਨਾਟ ਸਟਾਪ ਡਾਂਸਿੰਗ। ਉਹ ਨੱਚਦੇ ਰਹਿੰਦੇ ਨੇ ਜਦੋਂ ਤੱਕ ਉਹ ਛੋਟਾ ਬੱਚਾ ਵਾਇਲਨ ਵਜਾਉਣਾ ਬੰਦ ਨਹੀਂ ਕਰਦਾ। ਐਟ ਲਾਸਟ ਦੀ ਮੈਜਿਸਟ੍ਰੇਟ ਕਰਾਈਡ ਸਟਾਪ ਬॉय ਸਟਾਪ, ਯੂ ਸ਼ੈਲ ਗੋ ਫ੍ਰੀ। ਐਟ ਐਂਡ ਦੇ ਵਿੱਚ ਜਿਹੜਾ ਮੈਜਿਸਟ੍ਰੇਟ ਹੈ, ਜਦੋਂ ਬਹੁਤ ਜ਼ਿਆਦਾ ਥੱਕ ਜਾਂਦੇ ਨੇ, ਉਹਨਾਂ ਵਿੱਚ ਤਾਕਤ ਨਹੀਂ ਰਹਿੰਦੀ ਹੋਰ ਡਾਂਸ ਕਰਨ ਦੀ, ਮੈਜਿਸਟ੍ਰੇਟ ਕਹਿੰਦਾ ਸਟਾਪ, ਬਸ ਕਰੋ, ਹੁਣ ਤੁਸੀਂ ਜਾ ਸਕਦੇ ਹੋਗੇ। ਦੀ ਫਾਰਮਰ ਗਿਵਸ ਯੂ ਦੀ 1000 ਪੀਸਿਸ ਆਫ ਦੀ ਸਿਲਵਰ ਐਂਡ ਆਈ ਗਿਵ ਯੂ ਯੂਅਰ ਫਰੀਡਮ। ਮੈਜਿਸਟ੍ਰੇਟ ਕਹਿੰਦਾ ਫਾਰਮਰ ਤੈਨੂੰ ਤੇਰੇ 100 ਚਾਂਦੀ ਦੇ ਸਿੱਕੇ ਦੇ ਦਿੰਦਾ ਅਤੇ ਮੈਂ ਤੇਰੇ 'ਤੇ ਜਿਹੜਾ ਸਜ਼ਾ ਦਾ ਹੁਕਮ ਕਰਿਆ ਸੀ ਉਹ ਮੈਂ ਵਾਪਸ ਲੈਂਦਾ ਅਤੇ ਮੈਂ ਤੈਨੂੰ ਤੇਰੀ ਆਜ਼ਾਦੀ ਵਾਪਸ ਦੇ ਦਿੰਦਾਗਾ। ਇਸ ਤਰ੍ਹਾਂ ਅਸੀਂ ਦੇਖਦੇ ਆਂਗੇ ਕਿ ਉਹ ਛੋਟਾ ਬੱਚਾ ਆਪਣੀ ਮੈਜਿਕ ਵਾਇਲਨ ਦੀ ਮਦਦ ਨਾਲ ਕਿਵੇਂ ਆਪਣਾ ਜੋ ਉਸਦੀ ਹੱਕ ਬਣਦੀ ਸੀਗੀ, ਮਜ਼ਦੂਰੀ ਬਣਦੀ ਸੀਗੀ, ਉਹ ਫਾਰਮਰ ਤੋਂ ਵਾਪਸ ਲੈਂਦਾ ਹੈਗਾ। ਇਸ ਚੈਪਟਰ ਦੇ ਵਿੱਚ ਕੁਐਸਚਨਸ ਨੇ, ਵਾਈ ਡਿਡ ਦੀ ਬॉय ਗੋ ਟੂ ਦੀ ਫਾਰਮਰ। ਵੀ ਉਹ ਛੋਟਾ ਬੱਚਾ ਫਾਰਮਰ ਦੇ ਕੋਲ ਕਿਉਂ ਗਿਆ, ਕਿਉਂਕਿ ਉਸਨੂੰ ਕੰਮ ਦੀ, ਹੀ ਗੋ ਟੂ ਦੀ ਫਾਰਮਰ ਬਿਕੋਜ਼ ਹੀ ਨੀਡਸ ਵਰਕ, ਕਿਉਂਕਿ ਉਸਨੂੰ ਕੰਮ ਦੀ ਜ਼ਰੂਰਤ ਸੀ, ਇਸ ਕਰਕੇ ਉਹ ਫਾਰਮਰ ਦੇ ਕੋਲ ਜਾਂਦਾ। ਵਟ ਡਿਡ ਦੀ ਓਲਡ ਮੈਨ ਗਿਵ ਟੂ ਦੀ ਬॉय। ਓਲਡ ਮੈਨ ਕੀ ਦਿੰਦਾ ਹੈਗਾ ਉਸ ਛੋਟੇ ਬੱਚੇ ਨੂੰ, ਓਲਡ ਮੈਨ ਕੀ ਦਿੰਦਾ ਹੈਗਾ, ਇੱਕ ਮੈਜਿਕ ਵਾਇਲਨ ਐਂਡ ਦੀ ਗਨ। ਇੱਕ ਮੈਜਿਕ ਵਾਇਲਨ ਦਿੰਦਾ ਅਤੇ ਇੱਕ ਬੰਦੂਕ ਦਿੰਦਾ ਹੈਗਾ, ਗਨ ਦਿੰਦਾ ਹੈਗਾ। ਥਰਡ ਕੁਐਸਚਨ ਹੈ, ਹਾਊ ਡਿਡ ਦੀ ਬॉय ਗੈਟ ਦੀ ਸਿਲਵਰ ਕੋਇਨਸ ਐਂਡ ਹਿਜ਼ ਫਰੀਡਮ ਬੈਕ। ਉਹ ਛੋਟਾ ਬੱਚਾ, ਕੁਐਸਚਨ ਦਾ ਮਤਲਬ ਹੈਗਾ ਵੀ ਛੋਟਾ ਬੱਚਾ ਆਪਣੇ ਸਿਲਵਰ ਕੋਇਨਸ, ਚਾਂਦੀ ਦੇ ਸਿੱਕੇ ਅਤੇ ਆਪਣੀ ਆਜ਼ਾਦੀ ਵਾਪਸ ਕਿਵੇਂ ਲੈਂਦਾ, ਬਾਏ ਪਲੇਇੰਗ ਵਾਇਲਨ। ਠੀਕ ਹੈ, ਵਾਇਲਨ ਵਜਾ ਕੇ ਉਹ ਆਪਣੀ ਆਜ਼ਾਦੀ ਦੇ ਚਾਂਦੀ ਦੇ ਸਿੱਕੇ ਵਾਪਸ ਲੈਂਦਾ। ਹਾਊ ਮਚ ਡਿਡ ਦੀ ਫਾਰਮਰ ਪੇ ਹਿਮ ਐਂਡ ਵੈਨ। ਉਹ ਫਾਰਮਰ ਹੈਗਾ ਜਿਹੜਾ ਫਸਟ ਟਾਈਮ ਉਸਨੂੰ ਕੀ ਦਿੰਦਾ ਹੈਗਾ, ਉਹ ਉਸਨੂੰ ਪੇ ਕਰ ਦੇਗਾ 3 ਕਾਪਰ ਕੋਇਨਸ, 3 ਤਾਂਬੇ ਦੇ ਸਿੱਕੇ, ਹੈ ਨਾ, ਜਦੋਂ ਉਹ 3 ਸਾਲਾਂ ਬਾਅਦ ਆਪਣੀ ਮਜ਼ਦੂਰੀ ਉਸ ਤੋਂ ਮੰਗਦਾ ਹੈਗਾ। ਥੈਂਕ ਯੂ ਬੇਟਾ। ਇਹ ਤੁਹਾਡੀ ਸਟੋਰੀ ਸੀਗੀ 9th ਚੈਪਟਰ ਦਾ ਫਸਟ ਚੈਪਟਰ। ਹੋਪ ਤੁਹਾਨੂੰ ਸਮਝ ਆਈ ਹੋਏਗੀ। ਥੈਂਕ ਯੂ।